पाठ 6 सब दा प्यारा सिंबा। सब दा प्यारा सिंबा स्वैजीवनी अंश खुशवंत सिंह की स्वैजीवनी मौज मेला विचों लिया गया है। इस विच लेखक ने अपने पालतू कुत्ते सिंबा नाल अपने प्यार, उसके गुणा, चुस्तियां, मस्तियां ते सूझबूझ का उल्लेख किया है। लेखक दिल्ली परत आया सी। इस समय वो बेकार सी, उस कोल पैसे भी घट सन। उसदियां लिखियां कहानियां ने उसका कुछ ना पैदा किया सी। उसकी पुस्तक शॉर्ट हिस्टरी ऑफ सिक्स दी कट्टरपंथी सिखां वालों आलोचना की जा रही सी। एक नावल तो उसनूं कुछ कमाई हुई ते दूसरा अजे छपिया नहीं सी। घर विच एक महीने की उम्र का एक अल्शेशन कतूरा भी सी, जिहड़ा लेखक के पिता के दोस्त ने उसकी धी माला नूं भेंट किया सी। पहला तां उसने लेखक नूं बाहरला बंदा ही समझिया। उस समय परिवार विच लेखक की पत्नी ते 2 बच्चे ही शामिल सन। वो लेखक के पिता वाले मकान के उपरले कमरे विच ही सौंदा, पोर्च की छत उत्ते ही हक दिंदा। उसका नां सिंबा रखिया। इस तो पहला पैरिस विच उन्हां कोल इसे नां दी एक बिल्ली हुंदी सी। ਉਹ ਬਹੁਤੇ ਅਲਸ਼ੇਸ਼ਨ ਕੁੱਤਿਆਂ ਵਾਂਗ ਸਿਰਫ ਇੱਕੋ ਬੰਦੇ ਦਾ ਹੀ ਹੁਕਮ ਮੰਨਦਾ ਸੀ। ਫਿਰ ਵੀ ਉਸਨੇ ਲੇਖਕ ਨੂੰ ਆਪਣਾ ਮਾਲਕ ਮੰਨ ਲਿਆ ਸੀ। ਉਹ ਮਨੁੱਖਾਂ ਨੂੰ ਸਮਝਣ ਵਾਲਾ ਕੁੱਤਾ ਸੀ, ਇਸ ਕਰਕੇ ਉਹ ਉਹਨਾਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਸੀ। ਜਦੋਂ ਸੁਜਾਨ ਸਿੰਘ ਪਾਰਕ ਵਿਚਲੇ ਆਪਣੇ ਹੇਠਲੀ ਮੰਜ਼ਲ ਵਾਲੇ ਫਲੈਟ ਵਿੱਚ ਆਏ ਤਾਂ ਉਹ ਪੂਰਾ ਸ਼ਕਤੀਸ਼ਾਲੀ ਜਰਮਨ ਸ਼ੈਫਰਡ ਕੁੱਤਾ ਬਣ ਚੁੱਕਾ ਸੀ। ਉਹ ਲੇਖਕ ਦੇ ਕਮਰੇ ਵਿੱਚ ਹੀ ਇੱਕ ਵੱਖਰੀ ਮੰਜੀ ਤੇ ਸੌਂਦਾ, ਜਿੱਥੇ ਉਸਦੀ ਖਾਤਰ 에ਅਰ ਕੰਡੀਸ਼ਨ ਵੀ ਲੱਗਾ ਹੋਇਆ ਸੀ। रात ਨੂੰ अक्सर लेखक के कन्ना भी सूं सूं करदा, उस दे नाल सौण लई उस नूं पासे हटण लई कहंदा। लेखक दे पासे हटण उत्ते ਉਹ उस दे नाल सौ जांदा, अद्धे तो वध बिस्तरा मल रखदा। ਅਸੀਂ सिंबा नाल गल्लां करदे, जेकर ਅਸੀਂ रोण दा बहाना करदे तां ਉਹ आप ही रोण भी शामिल हो जांदा। जे कोई शरारत करदे तां ਉਹ उस नूं एक कोने विच खड़ा कर दिंदे ते ਉਹ उदों तक खड़ा रहिंदा ਜਦੋਂ तक ਉਹ उस नूं वापस आउण लई ना कहंदे। सिंबे का माला की 75 कुछ साल की आया नाल विशेष रिश्ता सी। ਉਹ भी उसनूं वे सांबिया कह के बुलाउंदी, दरवाजा खोल दिंदी तां जो अपना हगण मूतन बाहर बाग विच कर आवे। फिर ਉਹ ਉਸ ਦੇ ਨਾਲ ਗੁਰਦੁਆਰੇ ਜਾਂਦਾ, ਪਰ ਗੁਰਦੁਆਰੇ ਦੇ ਅੰਦਰ ਨਾ ਜਾਂਦਾ। ਉਹ ਬਾਹਰ ਉਸ ਦੀਆਂ ਜੁੱਤੀਆਂ ਕੋਲ ਬੈਠਾ ਰਹਿੰਦਾ। ਜਿਉਂ ਹੀ ਸਵੇਰ ਦਾ ਕੀਰਤਨ ਖਤਮ ਹੁੰਦਾ ਤਾਂ ਉਹ ਮਾਈ ਦੀ ਜੁੱਤੀ ਦਾ ਇੱਕ ਪੈਰ ਚੁੱਕ ਕੇ ਘਰ ਵੱਲ ਦੌੜਦਾ, ਮੰਜੇ ਹੇਠਾਂ ਲੁਕੋ ਦਿੰਦਾ। ਮਾਈ ਉਸ ਦੇ ਮਗਰ ਰੌਲਾ ਪਾਉਂਦੀ ਆਉਂਦੀ ਤੇ ਆਪਣੀ ਜੁੱਤੀ ਲੱਭਦੀ। ਸਿੰਬਾ ਵੀ ਉਸ ਦੇ ਮਗਰ ਮਗਰ ਘੁੰਮਦਾ ਰਹਿੰਦਾ। शाम की सैर लिए काला पैंदा, अपना सिर लेखक की गोदी विच रख दिंदा। जेकर लेखक कहता कि हाले नहीं तो वह अपनी संगली लिया के उसके पैरों च रख दिंदा। जेकर लेखक उसनूं काला ना पैन लई कहता तो वह उसकी सोटी लिया के उस द्वारा पढ़ी जा रही किताब उत्ते सुट दिंदा। जदों कोई चारा ना चलदा वेख के लेखक नूं उस नाल तुरन लगदा ਤਾਂ ਉਹ ਬੜੀ ਖੁਸ਼ੀ ਨਾਲ ਉਛਲਦਾ। ਉਹ ਕਾਰ ਦੀ ਪਿਛਲੀ ਸੀਟ ਉੱਤੇ ਬੈਠ ਕੇ ਬੜਾ ਖੁਸ਼ ਹੁੰਦਾ। ਉਹ ਖਿੜਕੀ ਵਿੱਚੋਂ ਮੂੰਹ ਬਾਹਰ ਕੱਢ ਕੇ ਹਰੇਕ ਕੁੱਤੇ, ਗਾਂ ਜਾਂ ਬਲਦ ਨੂੰ ਭੌਂਕਦਾ। ਲੋਧੀ ਗਾਰਡਨ ਵਿੱਚ ਉਸ ਨੂੰ ਖੁੱਲਾ ਛੱਡ ਦਿੱਤਾ ਜਾਂਦਾ। ਉਹ ਕਾਰ ਮਗਰ ਦੌੜਦਾ, ਫਿਰ ਪਾਰਕਿੰਗ ਵਾਲੀ ਥਾਂ ਵੱਲ ਦੌੜਦਾ ਆਉਂਦਾ। ਉਹ ਝਾੜੀਆਂ ਵਿੱਚ ਲੁਕੇ ਖਰਗੋਸ਼ਾਂ ਨੂੰ ਸੁੰਘਦਾ, ਉਹਨਾਂ ਮਗਰ ਦੌੜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਪਰ ਉਹ ਉਸ ਨੂੰ ਤਾਹ ਨਾ ਦਿੰਦੇ। ਉਹ ਗਲੈਰੀਆਂ ਦਾ ਵੀ ਪਿੱਛਾ ਕਰਦਾ। ਉਹ ਦਰਖਤ ਉੱਤੇ ਚੜ ਜਾਂਦੀਆਂ, ਪਰ ਖੁੱਲੇ ਮੈਦਾਨ ਵਿੱਚ ਉਹ ਉਹਨਾਂ ਨੂੰ ਮਾਰ ਦਿੰਦਾ, ਜਿਸ ਕਰਕੇ ਲੇਖਕ ਉਸ ਨੂੰ ਝਾੜਦਾ ਵੀ ਤੇ ਕੁੱਟਦਾ ਵੀ। ਸ਼ਨੀਚਰਵਾਰ ਦੀਆਂ ਸ਼ਾਮਾਂ ਨੂੰ ਪਿਕਨਿਕ ਉੱਤੇ ਜਾਣ ਲਈ ਭਰੀ ਜਾ ਰਹੀ ਟੋਕਰੀ ਵੇਖ ਕੇ ਉਸ ਨੂੰ ਪਤਾ ਲੱਗ ਜਾਂਦਾ ਕਿ ਅਗਲੇ ਦਿਨ ਸਾਰਾ ਦਿਨ ਮੌਜ ਰਹਿਣੀ ਹੈ। ਉਹ ਸਵੇਰ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਉਤਸ਼ਾਹ ਨਾਲ ਘੁੰਮਣ ਫਿਰਨ ਲੱਗ ਪੈਂਦਾ, ਹਰ ਇੱਕ ਨੂੰ ਜਗਾ ਦਿੰਦਾ। ਕਾਰ ਵਿੱਚ ਉਹਨੂੰ ਸਾਂਭ ਕੇ ਰੱਖਣਾ ਔਖਾ ਹੋ ਜਾਂਦਾ। ਸੂਰਜ ਕੁੰਡ ਜਾਂ ਤਿਲਪੱਥ ਪਹੁੰਚ ਕੇ ਉਹ ਖੁੱਲੇ ਮੈਦਾਨ ਵਿੱਚ ਉਸ ਨੂੰ ਛੱਡ ਦਿੰਦੇ। ਗਾਵਾਂ ਦੇ ਵੱਗਾਂ ਦਾ ਪਿੱਛਾ ਕਰਦਾ ਤੇ ਕਈਆਂ ਨੂੰ ਖੇਤ ਵਿੱਚੋਂ ਭਜਾ ਦਿੰਦਾ। ਇੱਕ ਵਾਰੀ ਇੱਕ ਗਾਂ ਦੀ ਮਾਰੀ ਛਾੜ ਨਾਲ ਉਸ ਦਾ ਮੂੰਹ ਸੁੱਜ ਗਿਆ ਸੀ। ਇੱਕ ਵਾਰੀ ਉਸ ਦੇ ਹੱਥੋਂ ਇੱਕ ਬੱਕਰੀ ਮਰਦੀ ਮਸਾਂ ਬਚੀ। ਖੁੱਲੇ ਮੈਦਾਨ ਵਿੱਚ 3-4 ਘੰਟੇ ਉਹ ਖਰਗੋਸ਼ਾਂ, ਹਿਰਨਾਂ ਤੇ ਹੋਰਨਾਂ ਜਾਨਵਰਾਂ ਦਾ ਪਿੱਛਾ ਕਰਦਾ। ਆਖਰ ਥੱਕ ਕੇ ਸੌਂ ਜਾਂਦਾ। ਵਾਪਸੀ ਉੱਤੇ ਸੁੱਤਾ ਹੀ ਰਹਿੰਦਾ। ਉਸ ਦਿਨ ਉਸ ਨੂੰ ਸ਼ਾਮ ਦੀ ਸੈਰ ਦਾ ਵੀ ਸ਼ੌਂਕ ਨਹੀਂ ਸੀ ਹੁੰਦਾ। ਸਿੰਬਾ ਰਾਤ ਦੇ ਖਾਣੇ ਮਗਰੋਂ ਕਈ ਵਾਰੀ ਸੈਰ ਲਈ ਕਾਹਲਾ ਪੈ ਜਾਂਦਾ। ਉਹ ਖਾਨ ਮਾਰਕੀਟ ਦੇ ਦੁਆਲੇ ਸੈਰ ਕਰਨ ਜਾਂਦੇ। ਉਹ ਆਈਸਕ੍ਰੀਮ ਵਾਲੇ ਭਾਈ ਕੋਲ ਖੜਾ ਹੋ ਕੇ ਆਈਸਕ੍ਰੀਮ ਦੀ ਮੰਗ ਕਰਦਾ। ਉਹ ਆਈਸਕ੍ਰੀਮ ਖਾਣ ਦਾ ਬਹੁਤ ਸ਼ੌਕੀਨ ਸੀ ਔਰ ਖਾਲੂ ਵੀ ਬੜਾ ਸੀ। ਇੱਕ ਵਾਰੀ ਉੱਥੇ ਕੋਈ ਬੰਦਾ ਛੋਟੇ ਛੋਟੇ ਕਤੂਰੇ ਵੇਚ ਰਿਹਾ ਸੀ। ਉਹਨਾਂ ਨੇ ਕਤੂਰਿਆਂ ਵੱਲ ਧਿਆਨ ਨਾ ਦਿੱਤਾ ਤਾਂ ਉਸਨੂੰ ਬਹੁਤ ਗੁੱਸਾ ਆਇਆ। ਮਗਰੋਂ ਜਦੋਂ ਵੀ ਉਹ ਉਸ ਦਰਖਤ ਕੋਲ ਰੁਕਦੇ ਤਾਂ ਉਹ ਗੁੱਸੇ ਨਾਲ ਦਰਖਤ ਦੇ ਤਣੇ ਨੂੰ ਦੰਦੀਆਂ ਵੱਢਦਾ। ਸੁਜਾਨ ਸਿੰਘ ਪਾਰਕ ਦੇ ਸਾਰੇ ਬੰਦੇ ਸਿੰਬਾ ਨੂੰ ਜਾਣਦੇ ਸਨ। ਇਲਾਕੇ ਵਿੱਚ ਸਾਰੇ ਲੋਕ ਉਹਨਾਂ ਨੂੰ ਸਿੰਬਾ ਦੇ ਮਾਪੇ ਕਹਿੰਦੇ।
ਲੋਕ ਉਸ ਤੋਂ ਡਰਦੇ ਵੀ ਬਹੁਤ ਸਨ। ਇੱਕ ਵਾਰੀ ਲੋਧੀ ਗਾਰਡਨ ਵਿੱਚ ਕਿਸੇ ਸਾਈਕਲ ਸਵਾਰ ਨੇ ਲੇਖਕ ਦੀ ਬੇਟੀ ਦੀ ਪਿੱਠ ਤੇ ਹੱਥ ਮਾਰਿਆ ਤੇ ਤੇਜ਼ ਰਫ਼ਤਾਰ ਨਾਲ ਚਲਾ ਗਿਆ। ਲੇਖਕ ਦੀ ਪਤਨੀ ਨੇ ਚਲਾ ਕੇ ਕਿਹਾ, ਸਿੰਬਾ ਨੂੰ ਕਿਹਾ ਕਿ ਉਸ ਨੂੰ ਫੜੇ। ਸਿੰਬਾ ਨੇ ਦੌੜ ਕੇ ਉਸ ਨੂੰ ਸਾਈਕਲ ਤੋਂ ਹੇਠਾਂ ਸੁੱਟ ਲਿਆ ਤੇ ਉਸ ਨੂੰ ਆਪਣੇ ਦੰਦ ਕੱਢ ਕੇ ਡਰਾਉਂਦਾ ਹੋਇਆ ਉਸ ਦੇ ਉੱਪਰ ਖੜਾ ਹੋ ਗਿਆ। ਉਹ ਬੰਦਾ ਹੱਥ ਜੋੜ ਕੇ ਮਾਫੀ ਮੰਗ ਰਿਹਾ ਸੀ। ਇਸੇ ਤਰ੍ਹਾਂ ਇੱਕ ਵਾਰੀ ਜਦੋਂ ਲੇਖਕ ਖਾਣਾ ਖਾ ਕੇ ਫਲੈਟ ਤੋਂ ਬਾਹਰ ਨਿਕਲਿਆ ਤਾਂ ਕਿਸੇ ਕੁੜੀ ਦੀ ਮਦਦ ਲਈ ਆਵਾਜ਼ ਸੁਣੀ। ਦੋ ਮੁੰਡੇ ਉਸ ਨੂੰ ਛੇੜ ਰਹੇ ਸਨ। ਲੇਖਕ ਉੱਧਰ ਦੌੜਿਆ, ਸਿੰਬਾ ਵੀ ਉਸ ਦੇ ਮਗਰ। ਲੇਖਕ ਨੇ ਸਿੰਬਾ ਨੂੰ ਦੌੜਦੇ ਮੁੰਡਿਆਂ ਨੂੰ ਫੜਨ ਨੂੰ ਕਿਹਾ। ਸਿੰਬਾ ਨੇ ਦੌੜ ਕੇ ਇੱਕ ਨੂੰ ਹੇਠਾਂ ਸੁੱਟ ਲਿਆ। ਉਹ ਕਾਫੀ ਤਕੜਾ ਸੀ, ਪਰ ਸਿੰਬਾ ਦੇ ਕੋਲ ਹੁੰਦਿਆਂ ਲੇਖਕ ਨੇ ਉਸ ਦੇ ਚਪੇੜਾਂ ਮਾਰੀਆਂ, ਗਾਲਾਂ ਕੱਢੀਆਂ। ਉਹ ਅੱਗੋਂ ਤੋਂ ਕਿਸੇ ਔਰਤ ਨੂੰ ਛੇੜਨ ਤੋਂ ਤੋਬਾ ਕਰਕੇ ਛੁੱਟਿਆ। ਜਦੋਂ ਲੇਖਕ ਹੋਰੀ ਪਹਾੜਾਂ ਉੱਤੇ ਜਾਂਦੇ ਤਾਂ ਸਿੰਬੇ ਨੂੰ ਵੀ ਨਾਲ ਲੈ ਜਾਂਦੇ। ਉੱਥੇ ਉਹ ਬਹੁਤ ਖੁਸ਼ ਰਹਿੰਦਾ। ਲੇਖਕ ਉਸ ਦੇ ਗਲ ਸੰਗਲੀ ਪਾ ਕੇ ਰੱਖਦਾ ਤਾਂ ਜੋ ਉਹ ਉਸ ਨੂੰ ਉੱਪਰ ਵੱਲ ਖਿੱਚੇ। ਸ਼ਿਮਲੇ ਨਾਲੋਂ ਉਹ ਕਸੌਲੀ ਵਧੇਰੇ ਪਸੰਦ ਸੀ, ਜਿੱਥੇ ਬਾਂਦਰ ਤੇ ਲੰਗੂਰ ਬਹੁਤ ਸਨ। ਉਹ ਉਹਨਾਂ ਨਾਲ ਲਗਾਤਾਰ ਲੜਾਈ ਵਿੱਚ ਰੁੱਝਿਆ ਰਹਿੰਦਾ। ਜਦੋਂ ਦੁਪਹਿਰ ਦਾ ਖਾਣਾ ਖਾ ਰਿਹਾ ਹੁੰਦਾ ਤਾਂ ਪਹਾੜੀ ਕਾਂ ਉਸ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ। ਲੇਖਕ ਕਹਿੰਦਾ ਹੈ ਕਿ ਬਹੁਤੇ ਕੁੱਤਿਆਂ ਵਿੱਚ 6ਵੀਂ ਸੂਝ ਹੁੰਦੀ ਹੈ, ਪਰੰਤੂ ਸਿੰਬੇ ਵਿੱਚ 7ਵੀਂ ਤੇ 8ਵੀਂ ਸੂਝ ਵੀ ਸੀ। ਇਸ ਸਿੱਧ ਕਰਨ ਲਈ ਉਹ ਘਟਨਾ ਦਾ ਜ਼ਿਕਰ ਕਰਦਾ ਹੈ। ਇੱਕ ਵਾਰੀ ਕਿਤੇ ਬਾਹਰ ਜਾ ਸਮੇਂ ਲੇਖਕ ਤੇ ਉਸ ਦੀ ਪਤਨੀ ਸਿੰਬਾ ਨੂੰ ਪ੍ਰੇਮ ਕਿਰਪਾਲ ਕੋਲ ਛੱਡ ਗਏ, ਜਿਸ ਨਾਲ ਉਸ ਦੀ ਦੋਸਤੀ ਸੀ। ਉਸ ਕੋਲ ਕੇਨਿੰਗ ਲੇਨ ਸੜਕ ਉੱਤੇ ਇੱਕ ਬੰਗਲਾ ਸੀ, ਕੋਲ ਵੱਡਾ ਸਾਰਾ ਬਾਗ ਸੀ। ਸਿੰਬਾ ਕਈ ਵਾਰੀ ਉੱਥੇ ਗਿਆ ਸੀ, ਪਰ ਉਸ ਨੂੰ ਉਸ ਦਾ ਸਾਥ ਉੱਥੇ ਛੱਡਣਾ ਬਹੁਤ ਪਸੰਦ ਨਹੀਂ ਸੀ। ਲੇਖਕ ਦੀ ਪਤਨੀ ਕੁਝ ਦਿਨ ਪਹਿਲਾਂ ਪਰਤ ਆਈ। ਉਹ ਸਿੰਬਾ ਨੂੰ ਲੈਣ ਲਈ ਗਈ। ਉਸਨੇ ਕਾਰ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ। ਲੇਖਕ ਦੀ ਪਤਨੀ ਉਸ ਨੂੰ ਉੱਥੇ ਹੀ ਛੱਡ ਆਈ। ਪ੍ਰੇਮ ਕਿਰਪਾਲ ਤੇ ਲੇਖਕ ਦੀ ਪਤਨੀ ਨੂੰ ਲੱਗਾ ਕਿ ਉੱਥੇ ਖੁਸ਼ ਹੈ। ਲੇਖਕ ਨੂੰ ਜਾਪਦਾ ਸੀ ਕਿ ਉਸ ਦੀ ਪਤਨੀ ਨੇ ਉੱਥੇ ਜ਼ਿਕਰ ਕੀਤਾ ਹੋਵੇਗਾ ਕਿ ਲੇਖਕ ਨੇ ਕਿਸ ਤਰੀਕ ਨੂੰ ਪਰਤਣਾ ਹੈ ਤੇ ਸਿੰਬਾ ਨੇ ਗੱਲ ਸੁਣ ਲਈ ਹੋਵੇਗੀ। ਇਸ ਕਰਕੇ ਜਿਸ ਦਿਨ ਲੇਖਕ ਨੇ ਪਰਤਣਾ ਸੀ ਉਸ ਦਿਨ ਤੋਂ ਇੱਕ ਸ਼ਾਮ ਪਹਿਲਾਂ ਉਹ ਕੇਨਿੰਗ ਲੇਨ ਤੋਂ ਪੈਦਲ ਤੁਰ ਕੇ ਸੁਜਾਨ ਸਿੰਘ ਪਾਰਕ ਉਹਨਾਂ ਦੇ ਘਰ ਪਹੁੰਚ ਗਿਆ। ਦਰਵਾਜ਼ੇ ਉੱਤੇ ਪੈਰ ਮਾਰ ਕੇ ਆਪਣੇ ਆਉਣ ਦਾ ਸੰਕੇਤ ਦੇਣ ਲੱਗਾ। ਸਿੰਬਾ ਹੌਲੀ ਹੌਲੀ ਬੁੱਢਾ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਮੋਤੀਆ ਉੱਤਰ ਆਇਆ। ਉਸ ਨੂੰ ਕਦੇ ਕਦੇ ਬੁਖਾਰ ਹੋ ਜਾਂਦਾ। ਲੇਖਕ ਦੀ ਪਤਨੀ ਕਈ ਵਾਰੀ ਸਾਰੀ ਰਾਤ ਉਸ ਦਾ ਸਿਰ ਗੋਦੀ ਵਿੱਚ ਰੱਖਦੀ। ਉਸ ਦੀ ਉਮਰ 13 ਸਾਲਾਂ ਤੋਂ ਉੱਪਰ ਹੋ ਚੁੱਕੀ ਸੀ। ਲੇਖਕ ਨੂੰ ਸਵਾਰ ਮੋੜ ਕਾਲਜ ਵਿੱਚ ਪੜ੍ਹਾਉਣ ਦਾ ਕੰਮ ਮਿਲ ਗਿਆ ਤੇ ਉਹ ਉਸ ਨੂੰ ਉਸ ਦੀ ਅਸਲ ਮਾਲਕਨ ਆਪਣੀ ਧੀ ਮਾਲਾ ਕੋਲ ਛੱਡ ਆਏ। ਉਸ ਨੂੰ ਹਰ ਰੋਜ਼ ਡਾਕਟਰ ਕੋਲ ਲਿਜਾਣਾ ਪੈਂਦਾ। ਉਸ ਦੀ ਹਾਲਤ ਨਾ ਸੁਧਰੀ। ਉਸ ਦੀਆਂ ਲੱਤਾਂ ਕਮਜ਼ੋਰ ਹੋ ਗਈਆਂ। ਲੇਖਕ ਨੂੰ ਸਿੰਬਾ ਦੇ ਗੰਭੀਰ ਬਿਮਾਰ ਹੋਣ ਸੰਬੰਧੀ ਮਾਲਾ ਦੀ ਤਾਰ ਮਿਲੀ, ਪਰ ਅਗਲੇ ਹੀ ਦਿਨ ਉਸ ਦੀ ਮੌਤ ਹੋਣ ਦੀ ਖਬਰ ਸੰਬੰਧੀ ਤਾਰ ਮਿਲੀ। ਜਾਪਦਾ ਹੈ ਡਾਕਟਰਾਂ ਨੇ ਮਾਲਾ ਨੂੰ ਸਲਾਹ ਦਿੱਤੀ ਕਿ ਸਿੰਬਾ ਨੂੰ ਬਹੁਤ ਦਰਦ ਹੈ, ਉਸ ਦੀਆਂ ਲੱਤਾਂ ਨੂੰ ਲਕਵਾ ਮਾਰ ਗਿਆ ਹੈ, ਹੁਣ ਬਹੁਤਾ ਚਿਰ ਨਹੀਂ ਜੀ ਸਕੇਗਾ। ਡਾਕਟਰ ਨੇ ਉਸ ਨੂੰ ਕੁਝ ਜ਼ਹਿਰੀਲਾ ਟੀਕਾ ਲਾ ਦਿੱਤਾ, ਜਿਸ ਨਾਲ ਉਸ ਦੀ ਸ਼ਾਂਤੀ ਨਾਲ ਮੌਤ ਹੋ ਗਈ। ਲੇਖਕ ਲਈ ਸਿੰਬਾ ਦੀ ਦੋਸਤੀ ਸਭ ਤੋਂ ਉੱਪਰ ਸੀ। ਉਹਨਾਂ ਮਗਰੋਂ ਹੋਰ ਕੋਈ ਕੁੱਤਾ ਨਹੀਂ ਰੱਖਿਆ, ਕਿਉਂਕਿ ਦੋਸਤ ਨਹੀਂ ਬਦਲੇ ਜਾ ਸਕਦੇ। ਧੰਨਵਾਦ।